ਸਤਿ ਸ਼੍ਰੀ ਅਕਾਲ। ਖਬਰ ਦੁਪਹਿਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ। ਹਾਈ ਕੋਰਟ ਨੇ ਦੋਵੇਂ ਪਟੀਸ਼ਨਾਂ ਕੀਤੀਆਂ ਖਾਰਿਜ। ਅਗਾਊਂ ਜ਼ਮਾਨਤ ਅਰਜ਼ੀ ਤੇ ਕੇਸ ਟ੍ਰਾਂਸਫਰ ਕਰਨ ਲਈ ਪਾਈ ਗਈ ਸੀ ਅਰਜ਼ੀ। ਥਾਣੇ ਦੇ ਵਿੱਚ ਪਿਓ ਪੁੱਤ ਤੇ ਤਸ਼ੱਦਦ ਢਾਉਣ ਵਾਲੇ ਖੰਨਾ ਦੀ ਸਾਬਕਾ ਐਸਐਚਓ ਦੀ ਅੱਜ ਮੁੜ ਪੇਸ਼ੀ। ਖੰਨਾ ਅਦਾਲਤ ਦੇ ਵੱਲੋਂ ਦਿੱਤਾ ਗਿਆ ਸੀ ਇੱਕ ਦਿਨਾ ਪੁਲਿਸ ਰਿਮਾਂਡ। ਐਸਆਈਟੀ ਦੇ ਸਾਹਮਣੇ ਐਸਐਚਓ ਨੇ ਕੀਤਾ ਸੀ ਆਤਮ ਸਮਰਪਣ। ਪੰਜਾਬ ਸਰਕਾਰ ਦੇ ਵੱਲੋਂ ਵੀਕਐਂਡ ਲਾਕਡਾਊਨ ਤੇ ਵੱਡੀ ਰਾਹਤ। ਹੁਣ ਸ਼ਨੀਵਾਰ ਨੂੰ ਨਹੀਂ ਹੋਵੇਗਾ ਲਾਕਡਾਊਨ। ਦੁਕਾਨਾਂ ਖੋਲ੍ਹਣ ਦਾ ਵੀ ਵਧਾਇਆ ਗਿਆ ਸਮਾਂ। ਨਾਈਟ ਕਰਫਿਊ ਦੇ ਵਿੱਚ ਵੀ ਮਿਲੀ ਢਿੱਲ। ਰਿਟਾਇਰ ਹੋ ਰਹੇ ਡਾਕਟਰਾਂ ਸੰਬੰਧੀ ਸਰਕਾਰ ਦਾ ਨਵਾਂ ਫੈਸਲਾ। 3 ਮਹੀਨੇ ਦੇ ਲਈ ਸੇਵਾ ਦੇ ਵਿੱਚ ਫਿਰ ਤੋਂ ਕੀਤਾ ਗਿਆ ਵਾਅਦਾ। ਨਾਭਾ ਵਿਖੇ ਟਰੱਕ ਨੂੰ ਲੱਗੀ ਅੱਗ। ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ। ਸ਼ਰਾਰਤੀ ਅਨਸਰਾਂ ਤੇ ਯੂਨੀਅਨ ਨੇ ਲਗਾਏ ਅੱਗ ਲਗਾਉਣ ਦੇ ਇਲਜ਼ਾਮ। ਪੁਲਿਸ ਨੇ ਦਿੱਤਾ ਕਾਰਵਾਈ ਦਾ ਭਰੋਸਾ। ਤੇ 45 ਸਾਲ ਬਾਅਦ ਐਲਏਸੀ ਤੇ ਫਾਇਰਿੰਗ। ਭਾਰਤ ਚਾਈਨਾ ਫੌਜੀਆਂ ਦੇ ਵਿਚਾਲੇ ਹੋਈ ਗੋਲੀਬਾਰੀ। ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਤਣਾਅ। ਸਿਆਸੀ ਪੱਧਰ ਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਜਾਰੀ। तो बुलेटिन का आगाज करते इस वक्त वड्डी खबर आ रही है। साबका डीजीपी सुमेध सैनी के मामले ते सुनवाई करते अदालत के वल्लों दोहां मामलों दे विच सैनी नूं झटका दिता गया है। सैनी दीआं दोवें पटीशनां खारिज कर दित्तियां गईआं ने। सैनी द्वारा अदालत दे विच अगाऊं जमानत अते केस दूजे सूबे च ट्रांसफर करन दे लई अपील कीती गई सी, जिस ते सुनवाई करदे होए मानयोग अदालत दे वल्लों सैनी दी अपील दोवें मामलों च खारिज कर दी गई है। इस दे नाल हुण सैनी दीआं मुश्किलां वधदियां नज़र आ रहीआं ने। किसी वक्त गिरफ्तारी हो सकती है, हालांकि सैनी इस वक्त अपने परिवार समेत अंडरग्राउंड हो चुके हैं। तो उत्थे दस दईए कि साबका डीजीपी सुमेध सैनी दी मुश्किलां बलवंत सिंह मुल्तानी अगवा कांड ते कतलकांड मामले च वधियां नज़र आ रही ने। कतल की धारा जोड़ी गई 7 मई 2020 नूं अते उत्थे दस दईए इस पूरे मामले दे विच सुमेध सैनी के खिलाफ जो इंस्पैक्टर ने उन्हां दे वल्लों भी जज के सामने सुमेध सैनी के खिलाफ बयान दिते गए सन। मामला दस दईए बलवंत सिंह मुल्तानी कतलकांड ते अगवा कांड मामला दरअसल की है 1991 ਦੇ ਵਿੱਚ ਜਦੋਂ सैनी SSP ਹੁੰਦੇ ਸਨ ਤਾਂ ਉਸ ਵਕਤ सैनी ਦੇ ਉੱਤੇ ਹਮਲਾ ਹੋਇਆ ਸੀ। ਇਸ ਹਮਲੇ ਦੇ ਵਿੱਚ सैनी ਜ਼ਖਮੀ ਹੋਇਆ ਤੇ सैनी ਦੇ ਜਿਹੜੇ ਸੁਰੱਖਿਆ ਕਰਮਚਾਰੀ ਸਨ, ਸੁਰੱਖਿਆ ਗਾਰਡ ਸਨ, ਉਹਨਾਂ ਦੀ ਮੌਤ ਹੋ ਗਈ ਸੀ ਇਸ ਹਮਲੇ ਦੇ ਵਿੱਚ। ਅਤੇ ਇਸੇ ਸਿਲਸਿਲੇ ਦੇ ਵਿੱਚ सैनी ਦੇ ਵੱਲੋਂ ਸਾਬਕਾ IAS ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ हिरासत ਦੇ ਵਿੱਚ ਰੱਖਿਆ ਗਿਆ गैर कानूनी तरीके ਦੇ ਨਾਲ ਤੇ ਉਸ ਤੇ ਤਸ਼ੱਦਦ ਢਾਇਆ ਗਿਆ, ਜਿਸ ਤੋਂ ਬਾਅਦ उसकी मौत हो गई तो उसकी लाश ਨੂੰ खुर्द-बुर्द कर दिता गया। इस मामले ਦੇ ਵਿੱਚ सुमेध सैनी ਇਹ ਜਿਹੜੇ ਮੁਸ਼ਕਿਲ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ। ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਿਤੇ ਨਾ ਕਿਤੇ 2008 ਦੇ ਵਿੱਚ CBI ਦੇ ਵੱਲੋਂ ਕੇਸ ਦਰਜ ਕੀਤਾ ਗਿਆ। ਬਲਵੰਤ ਸਿੰਘ ਮੁਲਤਾਨੀ ਕਤਲकांड ਤੇ ਅਗਵਾकांड ਮਾਮਲੇ 'ਚ ਹੁਣ ਸੁਮੇਧ ਸੈਣੀ ਕਦੇ ਵੀ ਗ੍ਰਿਫਤਾਰ ਹੋ ਸਕਦੇ ਨੇ। ਫਿਲਹਾਲ ਸੁਪਰੀਮ ਕੋਰਟ ਜਾ ਸਕਦੇ ਨੇ ਸੁਮੇਧ ਸੈਣੀ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜਿਹੜੀਆਂ 2 ਐਪਲੀਕੇਸ਼ਨਾਂ ਲਾਈਆਂ ਸੀ ਉਹ ਡਿਸਮਿਸ ਕਰ ਦਿੱਤੀਆਂ ਨੇ ਕੋਰਟ ਨੇ। ਹਾਲਾਂਕਿ ਕੱਲ ਕਈ ਘੰਟੇ ਤੇ ਜ਼ਿਰਾ ਚੱਲੀ ਸੀ। ਪਬਲਿਕ ਪ੍ਰੋਸੀਕਿਊਟਰ ਸਰਤੇਜ ਨੂਰਲਾ ਹੈਗੇ ਨੇ ਸਾਡੇ ਨਾਲ। ਨੂਰਲਾ ਸਾਹਿਬ, ਦੇਖਿਆ ਜਾਵੇ ਪੂਰੀ ਕੱਲ ਇੱਕ ਲੰਬਾ ਸਮਾਂ ਕਹੀਏ ਜ਼ਿਰਾ ਚੱਲੀ। ਇਸ ਤੋਂ ਜ਼ਿਰਾ ਤੋਂ ਬਾਅਦ ਅੱਜ ਸਵੇਰੀ ਫੈਸਲਾ ਸੁਣਾਇਆ। ਹੁਣ ਕੀ ਕੁਝ ਹੋਊਗਾ ਇਸ ਕੇਸ ਦੇ ਵਿੱਚ ਜਿਹੜੇ ਹੁਣ ਤੱਕ ਦੇਖੀਏ? ਹੁਣ ਤਾਂ ਜੀ ਇਹ ਕਿ ਹੁਣ ਤਾਂ ਅਰੈਸਟ ਹੋਣੀ ਹੈ ਉਹਨਾਂ ਦੀ, ਕਿਉਂਕਿ ਹੁਣ ਤਾਂ ਹਾਈ ਕੋਰਟ ਨੇ ਵੀ ਆਪਣੀ ਮੋਹਰ ਲਾਤੀ ਇਸ ਗੱਲ ਤੇ ਕਿ ਐਂਟੀਸਪੇਟਰੀ ਬੇਲ ਦੇ ਲਾਇਕ ਨਹੀਂ ਹੈ ਸੁਮੇਧ ਸਿੰਘ ਸੈਣੀ। ਔਰ ਹੁਣ ਨੈਕਸਟ ਸਟੈਪ ਉਹਨਾਂ ਦੀ ਅਰੈਸਟ ਦਾ ਹੀ ਹੈ। ਔਰ ਇਨਫੈਕਟ ਉਹਨਾਂ ਨੂੰ ਚਾਹੀਦਾ ਕਿ ਹੁਣ ਅੱਗੇ ਆ ਕੇ ਆਪਣੇ ਆਪ ਨੂੰ ਸਰੈਂਡਰ ਕਰਨ ਔਰ ਆ ਕੇ ਜੋ ਜਵਾਬਦੇਹੀ ਕਰਨੀ ਹੈ, ਜੇ ਦੱਸਣਾ ਹੈ ਕਿ ਉਹਨਾਂ ਦੇ ਖਿਲਾਫ ਐਵੀਡੈਂਸ ਠੀਕ ਨਹੀਂ ਹੈ, ਜੋ ਵੀ ਕਹਿਣਾ ਆ ਕੇ SIT ਨੂੰ ਹੁਣ ਕਹਿਣ। ਹੁਣ ਭੱਜਣ ਦੀ ਕੀ ਲੋੜ ਹੈ? ਹੁਣ ਮੌਕਾ ਆ ਗਿਆ ਉਹਨਾਂ ਦੇ ਆ ਕੇ ਸਰੈਂਡਰ ਕਰਕੇ ਔਰ ਅੱਗੇ ਕਾਰਵਾਈ ਕਰਨ। ਨੂਰਲਾ ਜੀ, ਹੁਣ ਥੋੜਾ ਜਿਹਾ ਨਾ ਇਹ 'ਚ ਡਿਟੇਲ 'ਚ ਦੱਸ ਦਿਓ। 2 ਕੇਸ ਸੀਗੇ, ਦੋਏ ਕੇਸਾਂ 'ਚ ਫਰਕ ਕੀ ਸੀ ਆਪਾਂ? ਦੇਖੋ ਜੀ, ਪਹਿਲਾ ਕੇਸ ਜਿਹੜਾ ਪਾਇਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ FIR ਜਿਹੜੀ ਹੈ ਉਹ ਗਲਤ ਦਰਜ ਹੋਈ ਹੈ, ਪੋਲੀਟੀਕਲ ਦਰਜ ਹੋਈ ਹੈ, ਉਹਨੂੰ ਖਾਰਜ ਕੀਤਾ ਜਾਣਾ ਚਾਹੀਦਾ FIR ਨੂੰ। ਔਰ ਜੇ FIR ਕੋਰਟ ਖਾਰਜ ਨਹੀਂ ਕਰਦੀ ਕਿਸੇ ਕਾਰਨ
ਤਾਂ ਕੇਸ ਨੂੰ ਟ੍ਰਾਂਸਫਰ ਕਰਤਾ ਜਾਏ ਇਨਵੈਸਟੀਗੇਸ਼ਨ ਵਾਸਤੇ CBI ਕੋਲ ਜਾਂ ਹੋਰ ਕਿਸੇ ਏਜੰਸੀ ਕੋਲ। ਇੱਕ ਕੇਸ ਤਾਂ ਉਹ ਸੀਗਾ, ਉਹ ਵੀ ਜੱਜ ਸਾਹਿਬ ਨੂੰ ਡਿਸਮਿਸ ਕਰਤਾ। ਦੂਸਰਾ ਮੁਕੱਦਮਾ ਉਹਨਾਂ ਨੇ ਪਾਇਆ ਸੀਗਾ ਕਿ ਐਂਟੀਸਪੇਟਰੀ ਬੇਲ ਮੇਰੀ ਹੋਣੀ ਚਾਹੀਦੀ ਹੈ 302 ਜਿਹੜੀ ਅਸੀਂ ਦਫਾ ਨਵੀਂ ਲਗਾਈ ਹੈ। ਉਹਦੇ 'ਚ ਪਹਿਲਾਂ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਰਜਨੀਸ਼ ਗਰਗ ਡਿਸਮਿਸ ਕਰਤੀ ਸੀ ਉਹਨਾਂ ਦੀ ਜ਼ਮਾਨਤ ਔਰ ਮਨਜ਼ੂਰ ਨਹੀਂ ਕੀਤੀ ਉਹਨਾਂ ਦੀ अर्जी। और हुण उही हाई कोर्ट ने फिर उस पर मोहर लाती और कहता कि नीचे वाला फैसला जिहड़ा हैगा डिसमिस करन दा वो ठीक है फैसला, और इत्थे भी उन्होंने उन्हों की जिहड़ी एंटीसिपेटरी बेल की दरखास्त है वो खारिज करती है, जिस नाल हुण भगौड़े रहने का ज़्यादा मौका नहीं रह गया सुमेध सैनी को, और हुण अरेस्ट होना दी लाजमी है। ये पुलिस ते भी हुण प्रेशर बिल्ड होएगा कि आखिरकार उन्होंने गिरफ्तार करे जे किते वो भज्जे हुए ने जां भगौड़े ने ਪ੍ਰੈਸ਼ਰ ਤਾਂ ਜੀ ਪਹਿਲਾਂ ਹੀ ਚੱਲ ਰਿਹਾ, ਕੋਸ਼ਿਸ਼ ਕਰ ਰਹੀ ਹੈ SIT ਆਲਰੇਡੀ ਅਰੈਸਟ ਕਰਨ ਦੀ, ਪਰ ਉਹ ਕਿਉਂਕਿ ਆਪ ਪੁਰਾਣਾ ਪੁਲਿਸ ਦੇ ਅਫਸਰ ਰਹੇ ਹੈ, ਉਹਨਾਂ ਨੂੰ ਸਾਰਾ ਤਰੀਕੇ ਪਤਾ ਹੈ, ਤਕਨੀਕਾਂ ਪਤਾ ਹੈ, ਉਹ ਭਗੌੜੇ ਹੋਏ ਔਰ ਆਪਣੀ Z ਸਿਕਿਉਰਿਟੀ ਛੱਡ ਕੇ ਭਗੌੜਾ ਹੋਇਆ ਹੈ। ਇਸ ਲਈ ਮੈਂ ਕਹਿ ਰਿਹਾ ਜੀ ਹੁਣ ਕਿਉਂਕਿ ਹਾਈ ਕੋਰਟ ਨੇ ਵੀ ਮੋਹਰ ਲਾਤੀ ਹੈ ਇਸ ਗੱਲ ਤੇ ਕਿ ਉਹਨਾਂ ਦੀ ਕਸਟੋਡੀ ਜਿਹੜੀ ਹੈਗੀ ਆ ਉਹ ਲੈਣੀ ਜ਼ਰੂਰੀ ਹੈ ਕੇਸ ਨੂੰ ਸੋਲਵ ਕਰਨ ਲਈ। ਇਸ ਲਈ ਉਹਨਾਂ ਨੂੰ ਹੁਣ ਚਾਹੀਦਾ ਕਿ ਐਡੀ ਉੱਚ ਨਿਆਇਲੇ ਦਾ ਫੈਸਲਾ ਮੰਨਦੇ ਹੋਏ ਉਹ ਨਾ ਕੇ ਆਪਣੇ ਆਪ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਨ। ਇੱਕ ਰੂਲਾ ਜੀ ਲਾਸਟ ਟਾਈਮ ਦੱਸ ਦਿਓ, ਸੁਪਰੀਮ ਕੋਰਟ ਦਾ ਰਾਹ ਹਜੇ ਖੁੱਲ੍ਹਾ ਉਹਨਾਂ ਦੇ ਕੋਲੇ, ਜੇ ਉੱਥੇ ਜਾਂਦਾ ਤਾਂ ਫਿਰ ਤੁਹਾਡੇ ਕੋਲ ਉੱਥੇ ਵੀ ਇਹਦਾ ਵਿਰੋਧ ਕੀਤਾ ਜਾਏਗਾ ਜੀ ਬਿਲਕੁਲ, ਪਰ ਇੱਦਾਂ ਹੈ ਕਿ ਸੁਪਰੀਮ ਕੋਰਟ ਦਾ ਕੋਈ ਜ਼ਿਆਦਾ ਰਸਤਾ ਉਹਨਾਂ ਕੋਲ ਹੈ ਨਹੀਂ ਅਵੇਲੇਬਿਲਿਟੀ। ਆਮ ਤੌਰ ਤੇ ਜੋ ਆਨਰੇਬਲ ਹਾਈ ਕੋਰਟ ਫੈਸਲਾ ਕਰ ਦਿੰਦੀ ਹੈ ਉਹੀ ਲਾਗੂ ਰਹਿੰਦਾ। ਕਹਿ ਸਕਦੇ ਹਾਂਗੇ ਕਿ ਸੈਣੀ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ, ਜਿਵੇਂ ਕਿ ਨੂਰਲਾ ਨੇ ਦੱਸਿਆ ਕਿ ਪੁਲਿਸ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਪੂਰੇ ਮਸਲੇ ਤੇ ਲੱਗੀਆਂ ਹੋਈਆਂ ਨੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਚੰਡੀਗੜ੍ਹ। ਤੇ ਫਿਲਹਾਲ ਇਸ ਵਕਤ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਬਰਕਰਾਰ ਨੇ, ਗ੍ਰਿਫਤਾਰੀ ਦੇ ਲਈ ਤਲਵਾਰ ਲਟਕ ਰਹੀ ਹੈ, ਭਗੌੜਾ ਕਰਾਰ ਦੇ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ। ਜੋ ਵਕੀਲ ਦਾ ਕਹਿਣਾ ਸੀ ਕਿ ਜੋ ਪੁਲਿਸ ਕਸਟਡੀ ਹੈ ਇਸ ਦੀ ਜ਼ਰੂਰੀ ਹੈ, ਤੇ ਫਿਲਹਾਲ ਆਪਣੀ Z ਸਿਕਿਉਰਿਟੀ ਛੱਡ ਕੇ ਸਾਬਕਾ DGP ਆਪਣੇ ਪਰਿਵਾਰ ਸਮੇਤ ਫਰਾਰ ਚੱਲ ਰਹੇ ਨੇ। ਫਿਲਹਾਲ ਲੁਧਿਆਣਾ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਾਰਡ ਨੰਬਰ 8 ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਇੱਥੇ ਇੱਕ ਤੋਂ ਬਾਅਦ ਇੱਕ ਧਮਾਕੇ ਹੋਏ ਨੇ। ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਜਾਣਕਾਰੀ ਦੇ ਮੁਤਾਬਕ ਘਰ ਦੇ ਵਿੱਚ ਸਿਲੰਡਰ ਫਟਣ ਦੇ ਕਰਕੇ ਧਮਾਕਾ ਹੋਇਆ ਸੀ, ਜਿਸ ਦੇ ਵਿੱਚ ਇੱਕ ਮਹਿਲਾ ਸਮੇਤ ਉਸਦੇ 3 ਬੱਚੇ ਝੁਲਸ ਗਏ ਨੇ, ਜਿਨ੍ਹਾਂ ਨੂੰ ESI ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਮਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ। ਦੱਸ ਦਈਏ ਪ੍ਰਵਾਸੀ ਕਿਰਾਏ ਦੇ ਮਕਾਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਸਿਲੰਡਰ ਭਰਨ ਦਾ ਕੰਮ ਕਰਦੇ ਸਨ। ਇਲਾਕੇ ਦੇ ਲੋਕਾਂ ਮੁਤਾਬਕ ਉਹਨਾਂ ਘਰ ਦੇ ਬਾਹਰ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਘਰੋਂ ਬਾਹਰ ਨਿਕਲੇ ਅਤੇ ਇਸ ਦੌਰਾਨ ਉਹਨਾਂ ਦੇਖਿਆ ਕਿ ਇਸ ਘਰ ਦੇ ਵਿੱਚ ਧਮਾਕਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਐਂਬੂਲੈਂਸ ਉੱਥੇ ਮੰਗਾਈ ਗਈ ਤੇ ਨਾਲ ਦੀ ਨਾਲ ਜਿਹੜੇ ਇਹ 3 ਬੱਚੇ ਤੇ ਉਹਨਾਂ ਦੀ ਮਾਤਾ ਸੀ ਇਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਮਹਿਲਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਤੇ ਉੱਥੇ ਹੀ ਦੱਸੀਏ ਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਪੁਲਿਸ ਵੱਲੋਂ ਵੀ ਤਫਤੀਸ਼ ਕੀਤੀ ਜਾਵੇਗੀ। ठीक है जी। ਅਸੀਂ ਆਪਣੇ ਘਰੇ ਬੈਠੇ ਸੀ, ਦਰਵਾਜ਼ੇ ਸਾਡੇ ਬੰਦ ਸੀਗੇ। ठीक है जी। ਤੇ ਅਸੀਂ ਆਪਣੇ ਟੀਵੀ ਦੇਖਦੇ ਸੀਗੇ। ठीक है जी। ਤੋਂ ਇੱਕ ਵਾਰੀ ਇੱਕ ਬਲਾਸਟ ਹੋਇਆ ਪਹਿਲਾਂ। अच्छा जी। ਬਲਾਸਟ ਹੁੰਦੇ ਸਾਰੀ ਅਸੀਂ ਆਪਣਾ ਦਰਵਾਜ਼ਾ ਖੋਲ ਕੇ ਦੇਖਣ ਲੱਗੇ ਤੇ ਜਦੋਂ ਇੰਨੀ ਦੇਰ ਦੂਜਾ ਬਲਾਸਟ ਹੋ ਗਿਆ ਫਿਰ। 2 ਬਲਾਸਟ ਇਕੱਠੇ ਦੋ ਹੋਏ। ਬਲਾਸਟ ਹੋਏ ਇਕੱਠੇ। ਇਹ ਕਾਦੇ ਹੋਏ ਜੀ? ਇਹ ਸਿਲੰਡਰ ਦੇ ਹੋਏ ਜੀ, ਗੈਸ ਸਿਲੰਡਰ ਦੇ। ਸਿਲੰਡਰ ਦੇ ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ 3 ਬੱਚੇ ਸੜ ਗਏ ਜੀ, ਅੱਛਾ ਜੀ। ਤੇ ਬੱਚਿਆਂ ਦੀ ਮਾਂ ਝੁਲਸੀ ਗਈ 80%। ਕੀ ਹੋਰ ਜਿਹੜੇ ਗਾਹਕ ਅੰਦਰ ਬੈਠੇ ਉਹਨਾਂ ਨੂੰ, ਬਾਕੀ ਜਿਹੜੇ ਅੰਦਰ ਬੰਦੇ ਬੈਠੇ ਰੋਟੀ ਖਾ ਰਹੇ ਹੋਣੇ ਉਹਨਾਂ ਦਾ ਹਜੇ ਪਤਾ ਨਹੀਂ ਕੁਝ। ये हम यहाँ काउंटर पर ग्राहक को दवा दे रहे थे, जी। आवाज़ आया तो मैं भी अपना दुकान बंद कर निकल गया। ठीक, आवाज़ काहे की आई? वो जैसे लगा कोई फटा हुआ है समझो। ठीक, सिलेंडर फटा हुआ जैसे। तो कोई हताहत हुआ? हताहत तो हम नहीं देखे हैं। ठीक है, तो जख्मी हुए हैं। हाँ जख्मी। ਉਧਰ ਦੂਜੇ ਪਾਸੇ ਖੰਨਾ ਸਦਰ ਥਾਣੇ ਵਿੱਚ ਗੁਰਸਿੱਖ ਪਿਓ ਪੁੱਤ ਦੇ ਉੱਤੇ ਤਸ਼ੱਦਦ ਢਾਉਣ ਦੇ ਮਾਮਲੇ ਦੇ ਵਿੱਚ ਮੁਲਜ਼ਮ ਸਾਬਕਾ SHO ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਦੱਸ ਦਈਏ ਕਿ ਸੋਮਵਾਰ ਨੂੰ ਅਦਾਲਤ ਦੇ ਵੱਲੋਂ 1 ਦਿਨਾਂ ਹੋਰ ਰਿਮਾਂਡ ਦੇ ਦਿੱਤਾ ਗਿਆ ਸੀ ਅਤੇ ਉੱਥੇ ਹੀ ਜ਼ਿਕਰਯੋਗ ਹੈ ਅਦਾਲਤ ਨੇ ਉਸ ਨੂੰ 1 ਦਿਨਾਂ ਹੋਰ ਰਿਮਾਂਡ ਦੇ ਉੱਤੇ ਭੇਜਿਆ ਸੀ ਅਤੇ ਅੱਜ ਫਿਰ ਤੋਂ ਇਸ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ। ਤੇ ਉੱਥੇ ਹੀ ਇਸ ਮਾਮਲੇ ਵਿੱਚ ਜ਼ਿਕਰਯੋਗ ਹੈ ਕਿ ਹਾਈ ਕੋਰਟ ਤੋਂ ਰਾਹਤ ਜਦੋਂ ਨਹੀਂ ਮਿਲੀ ਤਾਂ ਇਸ ਸਾਬਕਾ SHO ਦੇ ਵੱਲੋਂ SIT ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੇ ਵਿੱਚ ਤਫਤੀਸ਼ ਲਗਾਤਾਰ ਜਾਰੀ ਹੈ ਅਤੇ ਉੱਥੇ ਹੀ ਦੱਸੀਏ ਕਿ ਜੋ ਪੀੜਤ ਪੱਖ ਹੈ ਉਹਨਾਂ ਦੇ ਵੱਲੋਂ ਮਾਨਸਿਕ ਤੌਰ ਤੇ ਆਪਣੇ ਆਪ ਤੇ ਉਹ ਕਹਿ ਰਿਹਾ ਕਿ ਅਸੀਂ ਮਾਨਸਿਕ ਤੌਰ ਤੇ ਆਪਣੇ ਤੇ ਦਬਾਅ ਮਹਿਸੂਸ ਕਰ ਰਹੇ ਹਾਂ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪੱਖਪਾਤੀ ਰਵੱਈਆ ਜਿਹੜਾ ਅਪਣਾਇਆ ਜਾ ਰਿਹਾ। ਦੇਖੋ ਮੇਰੀ ਤਾਂ ਬੇਨਤੀ ਇਹੀ ਆ, ਸਭ ਨਾਲੋਂ ਵੱਡੀ ਗੱਲ ਆ ਵੀ ਮੇਰੇ ਕਕਾਰ ਦਵਾਏ ਜਾਣ। ਦੇਖੋ 2 ਦਿਨ ਦਾ ਰਿਮਾਂਡ ਉਹਦਾ ਖਤਮ ਹੋ ਗਿਆ, ਮੇਰਾ ਇੱਕ ਵੀ ਕਕਾਰ ਉਹਨਾਂ ਨੇ ਦਵਾਇਆ ਨਹੀਂ ਹੈ। ਕੋਈ ਮੇਰਾ ਉਹਨਾਂ ਨੇ ਇੱਕ ਵੀ ਕਕਾਰ ਨਹੀਂ ਦਵਾਇਆ। ਸਭ ਤੋਂ ਵੱਡੀ ਗੱਲ ਆ ਮੈਨੂੰ ਤਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੇਰੇ ਕਕਾਰ ਦਵਾਏ ਜਾਣ। ਜਿਹੜੇ ਅਫਸਰਾਂ ਦੀ ਡਿਊਟੀ ਲੱਗੀ ਆ ਉਹਨਾਂ ਨੂੰ ਮੇਰੀ ਬੇਨਤੀ ਹੈ, ਦੇਖੋ ਮੇਰੇ ਨਾਲ ਨਹੀਂ
ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਇੱਕ ਕਾਰ ਆ, ਇਹ ਤੁਸੀਂ ਮੇਰੇ ਨਾਲ ਨਹੀਂ ਉਹਨਾਂ ਨਾਲ ਧੋਖਾ ਕਰੋਗੇ। ਬਲਜਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਸੀਗਾ, ਦੁਬਾਰਾ ਫਿਰ ਉਸ ਦਾ 2 ਦਿਨ ਦਾ ਰਿਮਾਂਡ ਮੰਗਿਆ ਸੀਗਾ, ਪਰ ਜੱਜ ਸਾਹਿਬ ਨੇ ਵੀ ਸ਼ੰਕਾ ਜਤਾਈ ਅੱਜ ਕਿ ਇਹ ਰਿਮਾਂਡ ਦੇ ਪੇਪਰਸ ਦੇ ਵਿੱਚ ਉਹਨਾਂ ਨੇ ਕੋਈ ਸੈਟੀਸਫੈਕਟਰੀ ਲਿਖਿਆ ਨਹੀਂ ਹੈਗਾ ਕਾਹਦੇ ਵਾਸਤੇ ਰਿਮਾਂਡ ਚਾਹੀਦਾ। ਪਾਲ ਸਿੰਘ ਦੇ ਕਕਾਰ, ਇੱਕ ਮੋਬਾਈਲ ਫੋਨਸ, ਇੱਕ ਉਹਦੇ ਪਾਟੇ ਹੋਏ ਕੱਪੜੇ ਤੇ ਇੱਕ ਆਪਣਾ ਜਿਹੜੇ 3 ਮੋਬਾਈਲ ਫੋਨ ਜਿਹਦੇ ਤੇ ਉਹਨੇ ਮੌਕੇ ਤੇ ਆ ਕੇ ਜ਼ਮੀਨ ਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ 3 ਮੋਬਾਈਲ ਫੋਨ ਸੀਗੇ ਤੇ ਉਹ ਰਿਕਵਰ ਨਹੀਂ ਕੀਤੇ। ਇਸੇ ਕਰਕੇ ਜਦੋਂ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਇਹਦੇ ਤੇ ਸਟੇਟਸ ਰਿਪੋਰਟ ਫਾਈਲ ਕਰੋ ਕਿ ਇਦੋਂ ਪਹਿਲਾਂ ਕੀ ਤਾਂ ਇਨਵੈਸਟੀਗੇਸ਼ਨ ਹੋਈ ਹੈ ਤੇ ਇਹਦੇ 'ਚ ਕੀ ਇਸ ਤੋਂ ਪਹਿਲਾਂ ਕਾਰਵਾਈ ਕਰ ਚੁੱਕੀ ਹੈ ਜਦੋਂ ਦਾ ਅਰੈਸਟ ਕੀਤਾ ਤੇ ਕੀ ਹੁਣ ਅੱਗੇ। ਤੇ ਇਸ ਵਕਤ ਵੱਡੀ ਖਬਰ ਦੇ ਵੱਲ ਰੁਕ ਕਰਦਿਆਂ ਰਾਸ਼ਟਰੀ ਖਬਰ ਹੈ ਜਿੱਥੇ ਕਿ ਪੂਰਬੀ ਲੱਦਾਖ ਦੇ ਵਿੱਚ ਅਸਲ ਸਰਹੱਦ ਰੇਖਾ ਯਾਨੀ ਕਿ LAC ਦੇ ਉੱਤੇ ਗੋਲੀਬਾਰੀ ਹੋਈ ਹੈ। 45 ਸਾਲ ਬਾਅਦ ਗੋਲੀਬਾਰੀ ਹੋਈ ਹੈ। ਇੱਥੇ ਦੱਸਦੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਉਹੀ ਥਾਂ ਹੈ ਜਿੱਥੇ ਪਿਛਲੇ 3 ਮਹੀਨੇ ਤੋਂ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਤਣਾਅ ਪੈਦਾ ਹੋ ਰਿਹਾ ਸੀ। ਦੋਹਾਂ ਦੇਸ਼ਾਂ ਦੇ ਫੌਜੀ ਇੱਕ ਦੂਜੇ ਦੇ ਸਾਹਮਣੇ ਡਟੇ ਹੋਏ ਹਨ। ਜ਼ਿਕਰਯੋਗ ਹੈ LAC ਦੇ ਕੋਲ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਲੰਮੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਦੋਹਾਂ ਦੇ ਵੱਲੋਂ ਫੌਜੀ ਅਤੇ ਸਿਆਸੀ ਪੱਧਰ ਦੇ ਉੱਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ 1975 ਤੋਂ ਬਾਅਦ ਸਰਹੱਦ ਤੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਇਸ ਤਰ੍ਹਾਂ ਦੇ ਨਾਲ ਗੋਲੀਬਾਰੀ ਹੋਈ ਹੈ। 45 ਸਾਲ ਬਾਅਦ LAC ਦੇ ਉੱਤੇ ਫਾਇਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਫੌਜਾਂ ਦੇ ਵਿਚਾਲੇ ਚਾਈਨਾ ਅਤੇ ਇੰਡੀਆ ਦੀਆਂ ਫੌਜਾਂ ਦੇ ਵਿਚਾਲੇ ਇਸ ਤਰ੍ਹਾਂ ਦੇ ਨਾਲ ਗੋਲੀਬਾਰੀ ਹੋ ਰਹੀ ਹੈ। ਫਾਈਲ ਫੁਟੇਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਵਕਤ ਜਦੋਂ ਤਣਾਅ ਸ਼ੁਰੂ ਹੋਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ 45 ਸਾਲ ਬਾਅਦ ਇਸ ਤਰ੍ਹਾਂ ਦੇ ਨਾਲ ਦੋਹਾਂ ਫੌਜਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ। LAC ਦੇ ਉੱਤੇ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਦੱਸੀਏ ਪਿਛਲੇ 3 ਮਹੀਨੇ ਤੋਂ ਜਿੱਥੇ ਇਹ ਉਹੀ ਜਗ੍ਹਾ ਹੈ ਜਿੱਥੇ 3 ਮਹੀਨੇ ਤੋਂ ਭਾਰਤ ਅਤੇ ਚਾਈਨਾ ਦੇ ਫੌਜੀਆਂ ਵਿਚਾਲੇ ਵਿਵਾਦ ਪੈਦਾ ਹੋਇਆ ਤੇ ਫਿਲਹਾਲ ਸਥਿਤੀ ਜਿਹੜੀ ਹੈ ਕਾਫੀ ਤਣਾਅਪੂਰਨ ਬਣੀ ਹੋਈ ਹੈ ਅਤੇ ਗੱਲਬਾਤ ਦੇ ਜ਼ਰੀਏ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਹਾਂ ਦੇਸ਼ਾਂ ਦੇ ਵੱਲੋਂ ਜਿਹੜੀਆਂ ਮੀਟਿੰਗਾਂ ਉਹ ਸਮੇਂ-ਸਮੇਂ ਤੇ ਬੁਲਾਈਆਂ ਜਾਂਦੀਆਂ ਰਹੀਆਂ ਨੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਪੈਦਾ ਹੋਵੇ। ਦੱਸਦੀਏ ਕਿ ਚੀਨ ਦੇ ਜਿਹੜੇ ਫੌਜੀ ਨੇ ਉਹ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋ ਰਹੇ ਨੇ, ਉੱਥੇ ਮੌਜੂਦ ਨੇ, ਜਿਸ ਵਜ੍ਹਾ ਦੇ ਕਰਕੇ ਭਾਰਤੀ ਫੌਜੀ ਜਿਹੜੇ ਨੇ ਉੱਥੇ ਇਸ ਦਾ ਵਿਰੋਧ ਕਰ ਰਹੇ ਨੇ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋਣ ਦਾ ਤੇ ਉਹਨਾਂ ਦੇ ਵੱਲੋਂ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾ ਰਿਹਾ ਹੈ। ਜਿਸ ਤਰ੍ਹਾਂ ਦੇ ਨਾਲ ਚਾਈਨਾ ਦੇ ਫੌਜੀ ਇਸ ਵਕਤ ਭਾਰਤ ਦੀ ਧਰਤੀ ਤੇ ਕਦਮ ਰੱਖ ਰਹੇ ਨੇ, ਇਸ ਚੀਜ਼ ਨੂੰ ਉੱਥੇ ਮੂੰਹ ਤੋੜਵਾਂ ਜਵਾਬ ਵੀ ਦਿੱਤਾ ਜਾ ਰਿਹਾ। ਫਿਲਹਾਲ ਇਹ ਜੋ ਜਾਣਕਾਰੀ ਹੈ 45 ਸਾਲ ਬਾਅਦ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਫਾਇਰਿੰਗ ਦੀ ਘਟਨਾ ਹੋਈ ਹੈ। ਇਸ ਵਕਤ ਦੀ ਅਹਿਮ ਖਬਰ ਆ ਰਹੀ ਹੈ UAE ਦੇ ਵਿੱਚ ਫਸੇ ਹੋਏ ਪੰਜਾਬੀਆਂ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਖਲ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਤੇ UAE ਦੇ ਵਿੱਚ ਭਾਰਤੀ ਅੰਬੈਸਡਰ ਨੂੰ ਅਪੀਲ ਕੀਤੀ ਉਹਨਾਂ ਚਰਨਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਜਲਦ ਪੰਜਾਬ ਲਿਆਉਣ ਦੀ ਉਹਨਾਂ ਨੇ ਮੰਗ ਕੀਤੀ ਹੈ। ਅਜ਼ਮਾਨ ਅਲ ਜ਼ਹਰਾ ਦੇ ਵਿੱਚ ਪੰਜਾਬੀਆਂ ਦੀ ਦੁਰਦਸ਼ਾ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਹੈ। UAE ਦੇ ਵਿੱਚ ਫਸੇ ਹੋਏ ਪੰਜਾਬੀਆਂ ਦਾ ਇਹ ਮਾਮਲਾ ਚਰਨਜੀਤ ਅਤੇ ਗੁਰਦੀਪ ਸਿੰਘ ਜਿਨ੍ਹਾਂ ਨੂੰ ਜਲਦ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰੀ ਅਤੇ UAE ਦੇ ਵਿੱਚ ਭਾਰਤੀ ਅੰਬੈਸਡਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਟਵੀਟ ਕਰਕੇ ਇਹ ਅਪੀਲ ਕੀਤੀ ਗਈ ਹੈ ਕਿ ਅਜ਼ਮਾਨ ਅਲ ਜ਼ਹਰਾ ਦੇ ਵਿੱਚ ਇਹਨਾਂ ਪੰਜਾਬੀਆਂ ਦੀ ਦੁਰਦਸ਼ਾ ਦੀ ਜੋ ਵੀਡੀਓ ਸਾਹਮਣੇ ਆਈ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇਸ ਮਾਮਲੇ 'ਚ ਦਖਲ ਦਿੱਤਾ ਹੈ ਅਤੇ ਵਿਦੇਸ਼ ਮੰਤਰੀ ਤੇ UAE ਦੇ ਵਿੱਚ ਭਾਰਤੀ ਅੰਬੈਸਡਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ। ਸੋ ਬਿਲਕੁਲ ਦੱਸ ਦਈਏ ਕਿ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਆਈਆਂ ਸਨ ਸਾਹਮਣੇ ਜਿੱਥੇ ਕਿ ਇਹਨਾਂ ਪੰਜਾਬੀਆਂ ਦੀ ਦੁਰਦਸ਼ਾ ਦਾ ਵੀਡੀਓ ਸਾਹਮਣੇ ਆਇਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ 'ਚ ਜਲਦ ਦਖਲ ਦੇਣ ਦੀ ਅਪੀਲ ਕੀਤੀ ਗਈ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਖਲ ਦਿੱਤਾ ਗਿਆ। ਚੰਡੀਗੜ੍ਹ ਤੋਂ ਸੁਮਿਤ ਜੋਸ਼ੀ ਜੁੜ ਗਏ ਨੇ। ਸੁਮਿਤ, ਇਸ ਮਾਮਲੇ ਦੇ ਵਿੱਚ ਕੀ ਜਾਣਕਾਰੀ ਮਿਲ ਰਹੀ ਹੈ? ਦੇਖੋ, ਇਸ ਮਾਮਲੇ ਦੇ ਵਿੱਚ ਜਿਵੇਂ ਵੀਡੀਓ ਪਹਿਲਾਂ ਵੀ ਇਹ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਵਿਦੇਸ਼ ਮੰਤਰਾਲੇ ਨੂੰ ਰਿਕੁਐਸਟ ਕਰੀ ਹੈ ਕਿ ਇਹਨਾਂ ਦੋਨੇ ਜਣਿਆਂ ਦੇ ਪੰਜਾਬ ਵਾਪਸ ਆਉਣ ਨੂੰ ਲੈ ਕੇ ਯਤਨ ਕੀਤੇ ਜਾਣ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਉਹਨਾਂ ਦੇ ਦਿਖ ਰਹੇ ਨੇ ਉੱਥੇ, ਤਾਂ ਉਹਨੂੰ ਲੈ ਕੇ ਮੁੱਖ ਮੰਤਰੀ ਨੇ ਵੀ ਜਿਹੜੀ ਗੰਭੀਰਤਾ ਜਤਾਈ ਹੈਗੀ ਹੈ ਤੇ ਹੁਣ ਦੇਖਣਾ ਹੋਊਗਾ ਕਿ ਵਿਦੇਸ਼ ਮੰਤਰਾਲੇ ਇਹਦੇ 'ਚ ਕੀ ਆਖਰਕਾਰ ਕਦਮ ਚੁੱਕਦਾ ਕਿਉਂਕਿ ਉੱਥੇ ਹਾਲਾਤ ਜਿਹੜੇ ਪੰਜਾਬੀਆਂ ਦੇ ਦਿਖ ਰਹੇ ਨੇ ਉਹ ਬੇਹੱਦ ਨਾਜ਼ੁਕ ਨੇ। ਜੀ
ਤੇ ਹੁਣ ਤੱਕ ਕੋਈ ਰਿਪਲਾਈ ਆਇਆ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਦੇਖੋ ਵੱਲੋਂ ਅਜੇ ਜਿਸ ਤਰ੍ਹਾਂ ਦਿਖਾ ਦਿੱਤਾ ਤਾਂ ਗਿਆ? ਰਿਕੁਐਸਟ ਹੈ ਜਿਹੜੀ ਉਹ ਕੀਤੀ ਗਈ ਹੈਗੀ ਆ, ਹਾਲਾਂਕਿ ਜੀ। ਹੋ ਸਕਦਾ ਕਿ ਰਿਪਲਾਈ ਕੁਝ ਸਮੇਂ ਦੇ ਵਿੱਚ ਆ ਜਾਏ ਮੰਤਰਾਲੇ ਦੇ ਵੱਲੋਂ। ਜੀ ਬਹੁਤ ਬਹੁਤ ਸ਼ੁਕਰੀਆ ਸੁਮਿਤ तमाम ਜਾਣਕਾਰੀ ਦੇ ਲਈ। ਤਾਂ ਫਿਲਹਾਲ ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਇਹ ਪੰਜਾਬੀ ਜਿਹੜੇ ਦੋਵੇਂ ਪੰਜਾਬੀ ਨੇ ਜੋ ਇਸ ਵਕਤ ਕਾਫੀ ਉੱਥੇ ਦੁਰਦਸ਼ਾ ਦੇ ਵਿੱਚ ਨਜ਼ਰ ਆ ਰਹੇ ਸਨ, ਜਲਦ ਇਹਨਾਂ ਦੀ ਪੰਜਾਬ ਵਾਪਸੀ ਹੋ ਪਾਵੇਗੀ ਅਤੇ ਵਿਦੇਸ਼ ਮੰਤਰੀ ਤੇ UAE ਦੇ ਵਿੱਚ ਭਾਰਤੀ ਐਮਬੈਸਡਰ ਨੂੰ ਇਸ ਦੀ ਅਪੀਲ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ। ਨਾਭਾ ਤੋਂ ਖਬਰ ਆਈ ਜਿੱਥੇ ਕਿ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ। ਇੱਥੇ ਟਰੱਕ ਯੂਨੀਅਨ ਦੇ ਅੱਡੇ ਦੇ ਉੱਤੇ ਟਰੱਕ ਜਦੋਂ ਖੜਾਇਆ ਗਿਆ ਤਾਂ ਉਸ ਤੋਂ ਕੁਝ ਸਮਾਂ ਬਾਅਦ ਇਸ ਟਰੱਕ ਨੂੰ ਕੁਝ ਲੋਕਾਂ ਦੇ ਵੱਲੋਂ, ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ, ਜਿਸ ਵਜ੍ਹਾ ਤੇ ਕਰਕੇ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਤਸਵੀਰਾਂ ਸਾਹਮਣੇ ਇਹ ਰਾਤ ਵੇਲੇ ਦੀਆਂ ਤਸਵੀਰਾਂ, 10 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਇਸ ਟਰੱਕ ਦੇ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅਤੇ ਇਸ ਤੋਂ ਬਾਅਦ ਦੱਸੀਏ ਕਿ ਜੋ ਟਰੱਕ ਮਾਲਕ ਸੀ ਉਸ ਦਾ ਕਹਿਣਾ ਸੀ ਕਿ ਪਹਿਲੀ ਵਾਰ ਉਹਨਾਂ ਦੇ ਵੱਲੋਂ ਇੱਥੇ ਅੱਡੇ ਦੇ ਵਿੱਚ ਟਰੱਕ ਖੜਾਇਆ ਗਿਆ ਸੀ। ਅਮੂਮਨ ਉਹ ਟਰੱਕ ਜਿਹੜਾ ਸੀ ਆਪਣਾ ਉਹ ਪੈਟਰੋਲ ਪੰਪ ਦੇ ਉੱਤੇ ਜਿੱਥੋਂ ਉਹ ਤੇਲ ਭਰਵਾਉਂਦੇ ਸਨ ਉੱਥੇ ਪਾਰਕ ਕਰਦੇ ਸਨ, ਪਰ ਇੱਥੇ ਜਦੋਂ ਅੱਡੇ ਤੇ ਟਰੱਕ ਖੜਾਇਆ ਗਿਆ ਤਾਂ ਉੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਟਰੱਕ ਨੂੰ ਅੱਗ ਲਗਾ ਦਿੱਤੀ ਗਈ ਅਤੇ ਇਸ ਦੌਰਾਨ ਪੂਰੀ ਤਰ੍ਹਾਂ ਦੇ ਨਾਲ ਇਹ ਟਰੱਕ ਨੁਕਸਾਨਿਆ ਗਿਆ। ਫਿਲਹਾਲ ਮਾਮਲੇ 'ਚ ਤਫਤੀਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਕਰੋਨਾ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਰੋਨਾ ਦੇ ਕਰਕੇ ਮੌਤਾਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ। ਅੱਜ ਰੂਪਨਗਰ ਤੋਂ 2 ਖਬਰਾਂ ਸਾਹਮਣੇ ਆਈਆਂ ਜਿੱਥੇ ਕਿ 2 ਵੱਖ-ਵੱਖ ਥਾਵਾਂ ਦੇ ਉੱਤੇ ਵਿਅਕਤੀਆਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਗੜਬੱਗਾ ਦੇ 60 ਸਾਲਾ ਵਿਅਕਤੀ ਨੇ PGI ਦੇ ਵਿੱਚ ਦਮ ਤੋੜ ਦਿੱਤਾ, ਜਦਕਿ ਸਿੰਘਪੁਰਾ ਪਿੰਡ ਦੇ ਇੱਕ 41 ਸਾਲਾ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਇਹ 2 ਮੌਤਾਂ ਕਰੋਨਾ ਦੀ ਵਜ੍ਹਾ ਨਾਲ ਹੋਈਆਂ ਦੱਸੀਆਂ ਜਾ ਰਹੀਆਂ ਨੇ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬਰਨਾਲਾ ਦੇ ਪਿੰਡ ਉਗੋ ਕੇ ਵਿਖੇ ਇੱਕ ਨੌਜਵਾਨ ਕਿਸਾਨ ਗੁਰਲਾਲ ਸਿੰਘ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਗੁਰਲਾਲ ਸਿੰਘ 5 ਲੱਖ ਦੇ ਕਰਜ਼ੇ ਕਰਕੇ ਪਰੇਸ਼ਾਨ ਰਹਿੰਦਾ ਸੀ ਅਤੇ ਬੀਤੀ ਰਾਤ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਉਸਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਪੀੜਤ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਗੁਰਲਾਲ ਸਿੰਘ ਜਿਹੜਾ ਕਰਜ਼ੇ ਨੂੰ ਲਾਹੁਣ ਦੇ ਲਈ 2 ਵਾਰ ਦੁਬਈ ਵੀ ਗਿਆ, ਪਰ ਦੁਬਈ ਦੇ ਵਿੱਚ ਉਸ ਦੇ ਨਾਲ ਏਜੰਟ ਵੱਲੋਂ ਠੱਗੀ ਹੋਣ ਤੋਂ ਬਾਅਦ ਮੁੜ ਤੋਂ ਪੈਸੇ ਦੇ ਕੇ ਉਸ ਨੂੰ ਵਾਪਸ ਬੁਲਾਇਆ ਗਿਆ ਅਤੇ ਕਰਜ਼ਾ ਹੋਰ ਚੜ੍ਹ ਗਿਆ ਅਤੇ ਸਿਰ ਚੜੇ ਹੋਏ ਕਰਜ਼ੇ ਦੇ ਕਰਕੇ 3 ਕਨਾਲਾ ਜ਼ਮੀਨ ਵੀ ਉਸ ਦੀ ਵਿਕ ਚੁੱਕੀ ਸੀ ਅਤੇ ਕਰਜ਼ਾ ਲਾਹੁਣ ਦੇ ਲਈ ਉਸਨੇ 3 ਏਕੜ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨੀ ਵੀ ਸ਼ੁਰੂ ਕੀਤੀ, ਪਰ ਕਰਜ਼ਾ ਨਾ ਉਤਰਿਆ ਅਤੇ ਪਰੇਸ਼ਾਨੀ ਤੇ ਚਲਦੇ ਉਸਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਜਿਹਨੇ ਮੇਰਾ ਪੁੱਤ ਖਾ ਲਿਆ, ਇਹਦਾ ਕਰਕੇ ਖੁਸ਼ਕੀਤੀ ਕੀਤੀ ਗਈ, ਕਰਜ਼ੇ ਕਰਕੇ ਖੁਸ਼ਕਿਸ਼ ਕੀਤੀ ਹੈ। ਮੇਰੇ ਪੁੱਤ ਨੇ 5 ਲੱਖ ਦਾ ਕਰਜ਼ਾਈ ਸੀ ਤੇ ਇਹਦਾ ਕਰਕੇ ਖੁਸ਼ਕਿਸ਼ ਕੀਤੀ ਗਈ ਕਰਜ਼ੇ ਦੇ ਕਾਰਨ। ਇਹ ਭਰਾਵਾ ਕਰਜ਼ੇ ਦੀ ਮਾਰ ਸੀ ਵੀਰੇ। ਪਹਿਲਾਂ ਬਾਹਰ ਤੋਰਿਆ ਸੀਗਾ, ਬਾਹਰ ਵੀ ਧੱਕਾਸ਼ਾਹੀ ਜੀ ਹੋ ਗਈ ਸੀ ਇਹਦੇ ਨਾਲ, ਕੁਛ ਨਹੀਂ ਬਣਿਆ। ਹੁਣ ਜ਼ਮੀਨ ਵਿਕ ਗਈ ਸੀ, 5 ਲੱਖ ਦਾ ਕਰਜ਼ਾ ਸੀ ਸਿਰ ਸਾਡੇ। ਇਹ ਕਰਜ਼ੇ ਨੂੰ ਲੈ ਕੇ ਕੀਤੀ ਹੈ ਜੀ ਇਹਨਾਂ ਨੇ, ਕਿਉਂਕਿ ਇਹ ਪਹਿਲਾਂ ਅਸੀਂ ਲੋਕਾਂ ਤੋਂ ਜਾਣੀ ਦੀ ਆਸ ਗੁਆਂਢ ਤੋਂ ਪੈਸੇ ਲੈ ਕੇ ਇਹਨਾਂ ਨੂੰ ਵਿਦੇਸ਼ ਭੇਜਿਆ ਸੀਗਾ ਤੇ ਉੱਥੇ ਵੀ ਇਹਦਾ ਕੰਮ ਨਾ ਚੱਲਣ ਹੋਣ ਕਰਕੇ ਇੱਥੇ ਵੀ ਇਹ ਆਪਦੇ ਜਦੋਂ ਇੱਧਰ ਅਸੀਂ ਮੰਗਵਾਉਂਦੇ ਸੀ ਉਹ ਵੀ ਅਸੀਂ ਨਾ ਆਪਣੇ ਕੋਲੋਂ ਟਿਕਟ ਦੇ ਪੈਸੇ ਭਰ ਕੇ ਅਸੀਂ ਇੰਡੀਆ ਲਿਆਂਦਾ ਸੀ ਇਹਨਾਂ ਨੂੰ ਤੇ ਏਜੰਟਾਂ ਨੇ ਇਹਨਾਂ ਨਾਲ ਠੱਗੀ ਕੀਤੀ ਤੇ ਉਸ ਤੋਂ ਬਾਅਦ ਇਹਦੇ ਮਨ ਤੇ ਇਹੋ ਜਿਹੀ ਸੱਟ ਰਹੀ ਕਿ ਮੈਂ ਇਹ ਕਰਜ਼ੇ ਨੂੰ ਕਿਵੇਂ ਉਤਾਰਾਂ। ਬਸ ਐਸੇ ਇਹਦੇ ਮਨ ਦੇ ਵਿੱਚ ਪਰੇਸ਼ਾਨ ਰਹਿੰਦਾ ਸੀਗਾ। ਅਸੀਂ ਪੁੱਛਦੇ ਸੀਗੇ ਵੀ ਤੈਨੂੰ ਕੀ ਗੱਲ ਹੈ, ਕੀ ਦੁੱਖ ਤਕਲੀਫ ਹੈ, ਕਹਿੰਦਾ ਕੋਈ ਨਹੀਂ ਮੈਨੂੰ ਦੁੱਖ ਤਕਲੀਫ। ਤੇ ਖਬਰ ਬਠਿੰਡਾ ਤੋਂ ਹੈ ਜਿੱਥੇ ਕਿ ਸ਼ਨੀਵਾਰ ਨੂੰ ਬਠਿੰਡਾ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੰਜੇ ਠਾਕੁਰ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਹਾਂ ਦੀ ਤਕਰਾਰ ਹੋਈ ਸੀ ਅਤੇ ਝਗੜੇ ਦੌਰਾਨ ਸੁਖਮਨ ਦੀ ਪਿਸਤੌਲ ਤੋਂ ਹੀ ਗੋਲੀ ਚੱਲੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਹੋਇਆ 32 ਬੋਰ ਦਾ ਪਿਸਤੌਲ ਅਤੇ 30,000 ਰੁਪਏ ਵੀ ਬਰਾਮਦ ਕਰ ਲਏ ਨੇ। ਠੀਕ ਹੈ ਜੀ। ਇਹ ਤੁਸੀਂ ਅੱਜ ਸੁਖਣ ਵਾਲੇ ਕੇਸ 'ਚ ਸੀ, ਸੁਖਣ ਵਾਲੇ ਸਰ। ਉਧਰ ਕਪੂਰਥਲਾ ਦੇ ਵਿੱਚ ਗੋਲੀ ਚੱਲਣ ਦੇ ਕਰਕੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ ਸੀ ਅਤੇ ਦੱਸਿਆ ਜਾ ਰਿਹਾ ਹੈ ਰਿਕਸ਼ਾ ਚਲਾਉਣ ਵਾਲਾ ਇਹ ਸ਼ਖਸ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮੌਕਮਪੁਰਾ ਦੇ ਰਹਿਣ ਵਾਲੇ ਵਿਸ਼ਾਲ
ਜੋ ਕਿ ਦੱਸਿਆ ਜਾ ਰਿਹਾ ਆਪਣੇ ਦੋਸਤਾਂ ਦੇ ਨਾਲ ਕੋਈ ਰਾਜ਼ੀਨਾਮਾ ਕਰਵਾਉਣ ਕਪੂਰਥਲਾ ਦੇ ਪਿੰਡ ਢਿੱਲਵਾਂ ਗਿਆ ਸੀ ਤੇ ਸ਼ਾਮ ਨੂੰ ਉਹਨਾਂ ਦੇ ਘਰ ਆਏ ਫੋਨ ਤੋਂ ਪਤਾ ਲੱਗਿਆ ਕਿ ਉੱਥੇ ਗੋਲੀ ਚੱਲੀ ਅਤੇ ਇਸ ਦੌਰਾਨ ਵਿਸ਼ਾਲ ਦੀ ਮੌਤ ਹੋ ਗਈ। ਉਸਦੇ ਮਾਪਿਆਂ ਦਾ ਕਹਿਣਾ ਹੈ ਕਿ ਵਿਸ਼ਾਲ ਉਹਨਾਂ ਦਾ ਇਕਲੌਤਾ ਪੁੱਤ ਸੀ ਅਤੇ ਘਰ ਦਾ ਗੁਜ਼ਾਰਾ ਵੀ ਉਸੇ ਤੋਂ ਚੱਲ ਰਿਹਾ ਸੀ। ਫਿਲਹਾਲ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਸਾਡੇ ਥਾਣਾ ਢਿਲਵਾਂ ਦੇ ਵਿੱਚ ਪੰਡਾਲ ਵੇਟ ਪਿੰਡ ਪੈਂਦਾ ਜੀ। ਕੱਲ ਬੰਦੇ ਉੱਥੇ ਗਏ ਸੀ, ਕੋਈ ਭੈਣ ਭਰਾ ਦਾ ਆਪਸ ਵਿੱਚ ਝਗੜਾ ਸੀ ਜੀ। ਉੱਥੇ ਗੋਲੀ ਚੱਲੀ ਆ, ਇੱਕ ਪਾਸੇ ਇੱਕ ਬੰਦੇ ਦੇ ਪੱਟ 'ਚ 2 ਫਾਇਰ ਹੈ, ਇੱਕ ਗੋਲੀ ਇਹਦੇ ਵਿੱਚ ਜੀ। ਉਹ ਮੁਕੱਦਮਾ ਅਸੀਂ ਦਰਜ ਕਰਕੇ ਪੋਸਟਮਾਰਟਮ ਕਰਵਾਉਣ ਆਏ ਆ। ਸਰ ਗੋਲੀ ਚਲਾਈ ਕਿੰਨੇ ਵੱਲੋਂ ਗਈ ਸੀ? ਇਹ ਹਲੇ ਉੱਥੇ ਕਨਫਰਮ ਨਹੀਂ ਹੈਗਾ। ਹਾਂ, ਕੋਈ ਲਾਗੇ ਕੈਮਰਾ ਵਗੈਰਾ ਵੀ ਨਹੀਂ ਹੈਗਾ, ਔਰ ਫਿਲਹਾਲ ਜਿੱਥੇ ਗੋਲੀ ਚੱਲੀ ਆ ਉਹ ਉਹਨਾਂ ਦੀ ਆਪਣੀ ਲੋਕੈਲਿਟੀ ਹੈ। ਕੋਈ ਹਲੇ ਬੰਦਾ ਇਸ ਗੱਲ ਤੇ ਚਾਨਣਾ ਪਾਉਣ ਨੂੰ ਤਿਆਰ ਨਹੀਂ ਹੈ ਵੀ ਕਿਹਨੇ ਗੋਲੀ ਚਲਾਈ। ਦ ਫਾਜ਼ਿਲਕਾ ਦੇ ਪਿੰਡ ਵਰਿਆਮ ਖੇੜਾ ਦੇ ਵਿੱਚੋਂ ਲੰਘਦੇ ਲੰਬੀ ਮਾਈਨਰ ਤੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਅਬੋਹਰ ਦੀ ਸਮਾਜ ਸੇਵਾ ਸੰਸਥਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਲੰਬੀ ਮਾਈਨਰ ਦੇ ਵਿੱਚ ਇੱਕ ਲਾਸ਼ ਮਿਲਣ ਦੀ ਖਬਰ ਮਿਲੀ, ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਇਹ ਲਾਸ਼ ਕਾਫੀ ਪੁਰਾਣੀ ਲੱਗ ਰਹੀ ਸੀ ਅਤੇ ਪੂਰੀ ਤਰ੍ਹਾਂ ਦੇ ਨਾਲ ਗਲ ਸੜ ਗਈ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਡੈੱਡ ਬੋਡੀ ਹੈ 30-35 ਸਾਲ ਦੇ ਨੰਗਨ ਹਾਲਤ ਦੇ ਵਿੱਚ, ਜਿਹੜੀ ਇਹ ਮਲੂਕਾ ਮੈਨਰ ਆ ਮਲੂਕਾ ਮੈਨਰ ਤੋਂ ਨਿਕਲ ਕੇ ਲੰਬੀ ਮੇਰੇ ਵਰਿਆਮ ਖੇੜਾ ਸ਼ੇਰਗੜ੍ਹ ਨੂੰ ਜਾਂਦੀ ਆ, ਉਹਦੇ ਵਿੱਚੋਂ ਮਿਲੀ ਸੀ। ਨਰਸ ਸੇਵਾ ਨਾਰਾਇਣ ਸੇਵਾ ਦੀ ਸਹਾਇਤਾ ਦੇ ਨਾਲ ਇਹ ਡੈੱਡ ਬੋਡੀ ਨੂੰ ਬਾਹਰ ਕਢਾ ਕੇ ਸਿਵਲ ਹਸਪੀਟਲ ਦੇ ਵਿੱਚ 72 ਘੰਟੇ ਵਾਲੀ ਇਹਦੀ ਸ਼ਨਾਖਤ ਲਈ ਰੱਖਿਆ ਗਿਆ। ਕੁਝ ਦਿਨ ਪਹਿਲਾਂ ਲੁਧਿਆਣਾ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਗਾਇਕ ਰਾਜੂ ਮਾਨ ਤੇ ਫਾਈਨਾਂਸਰ ਰੋਸ਼ਨ ਪਾਲਾ ਦੇ ਉੱਤੇ ਉਸ ਦੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਹਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ। ਇਸ ਮਾਮਲੇ ਨੂੰ ਲੈ ਕੇ ਮੁਲਜ਼ਮ ਰੋਸ਼ਨ ਪਾਲਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਅਤੇ ਉਸ ਦੀ ਪਤਨੀ ਨੇ ਆਪਣੇ ਪਤੀ ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਉਹਨਾਂ ਦੱਸਿਆ ਕਿ ਇਲਜ਼ਾਮ ਲਗਾਉਣ ਵਾਲੀ ਲੜਕੀ ਰਾਜੂ ਮਾਨ ਦੇ ਨਾਲ ਪੈਸਿਆਂ ਦੇ ਲੈਣ ਦੇਣ ਲਈ ਉਹਨਾਂ ਦੇ ਘਰ ਆਈ ਸੀ, ਜਦਕਿ ਉਹਨਾਂ ਦਾ ਪਰਿਵਾਰ ਲੜਕੀ ਨੂੰ ਬਿਲਕੁਲ ਨਹੀਂ ਜਾਣਦਾ। ਉਹਨਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਤੇ ਖਬਰ ਧੂਰੀ ਤੋਂ ਹੈ, ਜਿੱਥੇ ਕਿ ਡੀਐਸਪੀ ਜੇਲ੍ਹ ਦੇ ਨਾਲ 79,000 ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਹਰਿਆਣਾ ਦੇ 2 ਵਿਅਕਤੀਆਂ ਨੇ ਏਟੀਐਮ ਦਾ ਕਲੋਨ ਤਿਆਰ ਕੀਤਾ ਅਤੇ ਡੀਐਸਪੀ ਦੇ ਨਾਲ ਇਹ ਠੱਗੀ ਕੀਤੀ। ਪੁਲਿਸ ਨੇ 2 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਪਰਮਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸੰਬੰਧ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਨਹੀਂ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣਾ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ। ਹਾਈ ਕੋਰਟ ਨੇ ਦੋਵੇਂ ਪਟੀਸ਼ਨਾਂ ਕੀਤੀਆਂ ਖਾਰਿਜ। ਅਗਾਊਂ ਜ਼ਮਾਨਤ ਅਰਜ਼ੀ ਤੇ ਕੇਸ ਟ੍ਰਾਂਸਫਰ ਕਰਨ ਲਈ ਸੀ ਪਾਈ ਗਈ ਸੀ ਅਰਜ਼ੀ। ਥਾਣੇ ਦੇ ਵਿੱਚ ਪਿਓ ਪੁੱਤ ਤੇ ਤਸ਼ੱਦਦ ਢਾਉਣ ਵਾਲੇ ਖੰਨਾ ਦੀ ਸਾਬਕਾ ਐਸਐਚਓ ਦੀ ਅੱਜ ਮੁੜ ਪੇਸ਼ੀ ਖੰਨਾ ਅਦਾਲਤ ਦੇ ਵੱਲੋਂ ਦਿੱਤਾ ਗਿਆ ਸੀ। 1 ਦਿਨਾਂ ਪੁਲਿਸ ਰਿਮਾਂਡ ਐਸਆਈਟੀ ਦੇ ਸਾਹਮਣੇ ਐਸਐਚਓ ਨੇ ਕੀਤਾ ਸੀ ਆਤਮ ਸਮਰਪਣ। ਪੰਜਾਬ ਸਰਕਾਰ ਦੇ ਵੱਲੋਂ ਵੀਕਐਂਡ ਲਾਕਡਾਊਨ ਤੇ ਵੱਡੀ ਰਾਹਤ। ਹੁਣ ਸ਼ਨੀਵਾਰ ਨੂੰ ਨਹੀਂ ਹੋਵੇਗਾ ਲਾਕਡਾਊਨ। ਦੁਕਾਨਾਂ ਖੋਲ੍ਹਣ ਦਾ ਵੀ ਵਧਾਇਆ ਗਿਆ ਸਮਾਂ। ਨਾਈਟ ਕਰਫਿਊ ਦੇ ਵਿੱਚ ਵੀ ਮਿਲੀ ਢਿੱਲ। ਰਿਟਾਇਰ ਹੋ ਰਹੇ ਡਾਕਟਰਾਂ ਸੰਬੰਧੀ ਸਰਕਾਰ ਦਾ ਨਵਾਂ ਫੈਸਲਾ। 3 ਮਹੀਨੇ ਦੇ ਲਈ ਸੇਵਾ ਦੇ ਵਿੱਚ ਫਿਰ ਤੋਂ ਕੀਤਾ ਗਿਆ ਵਾਅਦਾ। ਨਾਭਾ ਵਿਖੇ ਟਰੱਕ ਨੂੰ ਲੱਗੀ ਅੱਗ। ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ। ਸ਼ਰਾਰਤੀ ਅਨਸਰਾਂ ਤੇ ਯੂਨੀਅਨ ਨੇ ਲਗਾਏ ਅੱਗ ਲਗਾਉਣ ਦੇ ਇਲਜ਼ਾਮ। ਪੁਲਿਸ ਨੇ ਦਿੱਤਾ ਕਾਰਵਾਈ ਦਾ ਭਰੋਸਾ। ਤੇ 45 ਸਾਲ ਬਾਅਦ ਐਲਏਸੀ ਤੇ ਫਾਇਰਿੰਗ। ਭਾਰਤ ਚਾਈਨਾ ਫੌਜੀਆਂ ਦੇ ਵਿਚਾਲੇ ਹੋਈ ਗੋਲੀਬਾਰੀ। ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਤਣਾਅ। ਸਿਆਸੀ ਪੱਧਰ ਤੇ ਸਥਿਤੀ ਨੂੰ ਆਮ ਕਰਨ ਦੀ ਕੋਸ਼ਿਸ਼ ਜਾਰੀ।
ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨਾ ਹੀ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastpay.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastpay.in ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।